ਵੈਲਕਮ ਇਨ ਦੀ ਕਲਾਸ। ਅੱਜ ਆਪਾਂ ਫਿਜ਼ਿਕਸ ਦੀ ਸੈਕੰਡ ਯੂਨਿਟ ਦਾ ਚੈਪਟਰ ਸੈਕੰਡ ਵੈਕਟਰਸ ਸਟਾਰਟ ਕਰਾਂਗੇ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਦੇਖੋ ਫਸਟ ਟੌਪਿਕ ਕੀ ਹੈ ਕਿ ਸਕੇਲਰਸ ਐਂਡ ਵੈਕਟਰਸ। ਤਾਂ ਹੁਣ ਸਭ ਤੋਂ ਪਹਿਲਾਂ ਤਾਂ ਸਕੇਲਰਸ ਤੇ ਵੈਕਟਰਸ ਕੀ ਹੁੰਦੇ ਨੇ। ਤਾਂ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਨੂੰ ਆਪਾਂ ਮੈਜਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਦੋ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਤੇ ਉਹ ਕਿਹੜੀਆਂ ਨੇ, ਸਕੇਲਰ ਤੇ ਵੈਕਟਰ। ਸਕੇਲਰ ਦੇ ਵਿੱਚ ਆਪਣੇ ਕੋਲ ਕੀ ਨੇ, ਉਹ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਆਉਂਦੀਆਂ ਨੇ ਜਿਨ੍ਹਾਂ ਦਾ ਸਿਰਫ ਆਪਣੇ ਕੋਲ ਮੈਗਨੀਟਿਊਡ ਹੈ, ਮਤਲਬ ਜਿਨ੍ਹਾਂ ਨੂੰ ਆਪਾਂ ਮੈਜਰ ਕਰ ਰਹੇ ਹਾਂ ਉਹਨਾਂ ਦੀ ਕੋਈ ਨਾ ਕੋਈ ਨੂਮੈਰੀਕਲ ਵੈਲਿਊ, ਮਤਲਬ 3 ਮੀਟਰ 3 ਸੈਂਟੀਮੀਟਰ 3 ਕਿਲੋਮੀਟਰ 3 ਗ੍ਰਾਮ 3 ਮਿਲੀਗ੍ਰਾਮ, ਯਾਨੀ ਕੋਈ ਮੈਗਨੀਟਿਊਡ ਹੋਊਗਾ। ਤਾਂ ਨਾਲ ਕੀ ਉਹਦੇ ਕੋਲ ਕੋਈ ਵੀ ਡਾਇਰੈਕਸ਼ਨ ਨਹੀਂ ਹੋਊਗੀ। ਹੁਣ ਆਪਣੇ ਕੋਲ ਕੀ ਹੈ, ਆਪਾਂ ਫਿਜ਼ੀਕਲ ਕੁਆਂਟੀਟੀ ਨੂੰ ਮੈਜਰ ਕਰਨਾ ਚਾਹੁੰਦੇ ਹਾਂ, ਉਹਦੇ ਮੈਗਨੀਟਿਊਡ ਇਕੱਲਾ ਹੋਊਗਾ, ਮਾਪ ਹੋਊਗਾ ਉਹਦਾ ਇਕੱਲਾ, ਬਟ ਕੋਈ ਵੀ ਡਾਇਰੈਕਸ਼ਨ ਨਹੀਂ ਹੋਊਗੀ। ਉਹ ਆਪਣੇ ਕੋਲ ਕੀ ਹੁੰਦੇ ਨੇ, ਸਕੇਲਰਸ। ਤਾਂ ਉਹ ਕਿਹੜੇ ਨੇ, ਮਾਸ, ਲੈਂਥ, ਡਿਸਟੈਂਸ ਜਿਹੜੇ ਆਪਾਂ ਕਵਰ ਕੀਤੇ ਨੇ, ਟਾਈਮ, ਡੈਂਸਿਟੀ, ਵਰਕ, ਇਹ ਸਾਰੇ ਆਪਣੇ ਕੋਲ ਕੀ ਨੇ, ਫਿਊ ਐਗਜ਼ਾਮਪਲਸ ਨੇ ਸਕੇਲਰਸ ਦੀਆਂ। ਕਿਉਂਕਿ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਕਿ ਟਾਈਮ ਕਿਹੜੀ ਡਾਇਰੈਕਸ਼ਨ 'ਚ ਮੂਵ ਕਰ ਰਿਹਾ, ਮਾਸ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਆਪਣੇ ਕੋਲ ਇੱਦਾਂ ਦੀ ਚੀਜ਼ਾਂ ਨਹੀਂ ਹੈ। ਬਟ ਵੈਕਟਰਸ ਆਪਣੇ ਕੋਲ ਕੀ ਨੇ, ਕਿਹੜੀ ਫਿਜ਼ੀਕਲ ਕੁਆਂਟੀਟੀ ਦਾ ਜਿਨ੍ਹਾਂ ਦੇ ਵਿੱਚ ਉਹਨਾਂ ਕੋਲ ਮੈਗਨੀਟਿਊਡ ਵੀ ਹੋਵੇ ਅਤੇ ਡਾਇਰੈਕਸ਼ਨ ਵੀ ਹੋਵੇ, ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਉਹ ਆਪਣੇ ਕੋਲ ਕੀ ਹੁੰਦੇ ਨੇ, ਵੈਕਟਰਸ। ਤਾਂ ਇਹਨਾਂ ਦੇ ਐਗਜ਼ਾਮਪਲਸ ਕੀ ਨੇ, ਡਿਸਪਲੇਸਮੈਂਟ, ਵੈਲੋਸਿਟੀ, ਐਕਸਲਰੇਸ਼ਨ, ਇਹ ਸਾਰੇ ਕਿਹਦੇ ਵਿੱਚ ਆ ਜਾਂਦੇ ਨੇ, ਵੈਕਟਰਸ ਦੇ ਵਿੱਚ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਵੈਕਟਰਸ ਨੂੰ ਆਪਾਂ ਐਡ ਸਬਟਰੈਕਟ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ, ਤਾਂ ਇਹਨਾਂ ਨੂੰ ਆਪਾਂ ਨੂੰ ਕੀ ਹੈ, ਵੈਕਟਰ ਅਲਜਬਰਾ ਦੇ ਕੋਈ ਨਾ ਕੋਈ ਰੂਲ ਲਗਾਉਣੇ ਪੈਂਦੇ ਆ। ਬਟ ਜਿਹੜੇ ਆਪਣੇ ਕੋਲ ਸਕੇਲਰਸ ਸੀਗੇ ਇਹਨਾਂ ਨੂੰ ਆਪਾਂ ਸਿੰਪਲੀ ਐਡ ਕਰ ਸਕਦੇ ਹਾਂ ਅਕੋਰਡਿੰਗ ਟੂ ਦੀ ਸਿੰਪਲ ਰੂਲਸ ਆਫ ਅਲਜਬਰਾ। ਕੋਈ ਪ੍ਰੋਪਰ ਲਾਜ਼ ਨਹੀਂ ਬਣਾਏ ਹੋਏ ਇਹਨਾਂ ਨੂੰ ਲਈ। ਨੈਕਸਟ ਹੈ ਪੋਜੀਸ਼ਨ ਵੈਕਟਰ। ਪੋਜੀਸ਼ਨ ਵੈਕਟਰ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਆਪਾਂ ਕਿਵੇਂ ਸ਼ੋਅ ਕਰਨਾ, ਕਿ ਜੇ ਹੁਣ ਆਪਣੇ ਕੋਲ ਕੋਈ ਵੀ ਵੈਕਟਰ ਦਿੱਤਾ ਹੋਇਆ ਤਾਂ ਉਹਨੂੰ ਰਿਪਰੈਜ਼ੈਂਟ ਕਰਨ ਦੇ ਲਈ ਕੀ ਕੰਡੀਸ਼ਨਸ ਨੇ। ਤਾਂ ਆਪਾਂ ਕੀ ਪਹਿਲਾਂ ਕੰਸੀਡਰ ਕਰਦੇ ਹਾਂ ਕਿ ਕੋਈ ਵੀ ਆਬਜੈਕਟ ਕਿਸੇ ਪਲੇਨ ਦੇ ਵਿੱਚ ਕੀ ਮੂਵ ਕਰ ਰਿਹਾ ਤਾਂ ਉਹਦਾ ਮੋਸ਼ਨ ਕਿਵੇਂ ਆ, ਇੱਕ ਪਲੇਨ ਦੇ ਵਿੱਚ ਦਿੱਤਾ ਹੋਇਆ। ਤਾਂ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਕਿਸੇ ਵੀ ਟਾਈਮ ਟੀ ਦੇ ਉੱਪਰ ਆਬਜੈਕਟ ਕਿਸੇ ਏ ਪੁਆਇੰਟ ਦੇ ਉੱਪਰ ਹੈਗਾ, ਐਕਸ ਵਾਈ ਪਲੇਨ ਦੇ ਵਿੱਚ ਆਬਜੈਕਟ ਕਿੱਥੇ ਪਿਆ ਹੈ, ਏ ਪੁਆਇੰਟ ਦੇ ਉੱਪਰ। ਹੁਣ ਆਪਾਂ ਜੇ ਕੋਈ ਐਰੋ ਡਰਾ ਕਰਦੇ ਹਾਂ ਤਾਂ ਕਿਵੇਂ ਆ, ਵਿਦ ਇਟਸ ਟੇਲ ਐਟ ਪੁਆਇੰਟ ਉਹ ਪੁਆਇੰਟ ਤੋਂ ਕਿਹਦੀ ਟੇਲ ਸ਼ੁਰੂ ਹੋ ਰਹੀ ਹੈ ਅਤੇ ਹੈੱਡ ਕਿੱਥੇ ਜਾ ਰਿਹਾ ਉਹਦਾ, ਏ ਪੁਆਇੰਟ ਦੇ ਉੱਪਰ, ਐਰੋ ਹੈੱਡ। ਤਾਂ ਵੈਕਟਰ ਉਹ ਏ ਆਪਣੇ ਕੋਲ ਕੀ ਹੋਊਗਾ, ਪੋਜੀਸ਼ਨ ਵੈਕਟਰ। ਤਾਂ ਹੁਣ ਜਿਹੜਾ ਇਹਦੇ ਉੱਪਰ ਆਪਾਂ ਆਹ ਵਾਲਾ ਸਾਈਨ ਪਾਇਆ, ਇਹ ਕਿਹਦਾ ਹੈਗਾ, ਸਾਈਨ ਵੈਕਟਰਸ ਦਾ। ਤਾਂ ਪੋਜੀਸ਼ਨ ਵੈਕਟਰ ਉਹ ਏ ਕਿਸੇ ਵੀ ਆਬਜੈਕਟ ਦਾ ਜਿਹੜਾ ਏ ਪੁਆਇੰਟ ਦੇ ਉੱਪਰ ਪਿਆ ਹੈ, ਉਹ ਆਪਣੇ ਕੋਲ ਕੀ ਇਨਫੋਰਮੇਸ਼ਨ ਦਿੰਦਾ ਹੈ, ਇਟ ਗਿਵਸ ਦੀ ਸਟ੍ਰੇਟ ਲਾਈਨ ਡਿਸਟੈਂਸ, ਕਿ ਆਪਾਂ ਇੱਕ ਸਟ੍ਰੇਟ ਲਾਈਨ ਦੇ ਨਾਲ ਸ਼ੋਅ ਕਰ ਰਹੇ ਹਾਂ ਕਿ ਕਿੰਨੀ ਡਿਸਟੈਂਸ ਕਵਰ ਕੀਤੀ ਹੈ ਓਰੀਜਨ ਤੋਂ। ਅਤੇ ਹੋਰ ਕੀ ਦੱਸੂਗਾ ਆਪਣੇ ਕੋਲ, ਡਾਇਰੈਕਸ਼ਨ, ਕਿ ਕਿਹੜੀ ਡਾਇਰੈਕਸ਼ਨ ਦੇ ਵੱਲ ਮੂਵ ਕਰ ਰਹੇ। ਹੁਣ ਜੇ ਆਪਾਂ ਇੱਧਰ ਹੈਗਾ ਓ ਏ, ਉਹਨੂੰ ਆਪਾਂ ਇਸ ਤਰ੍ਹਾਂ ਡਾਊਨਵਰਡ ਦੇ ਵਿੱਚ ਸ਼ੋਅ ਕਰ ਸਕਦੇ ਹਾਂ, ਇੱਧਰ ਕਿਹੜੀ ਡਾਇਰੈਕਸ਼ਨ ਹੈਗੀ ਆ, ਕਿੱਧਰ ਏ ਪੁਆਇੰਟ ਦੇ ਉੱਪਰ ਜਿਹੜਾ ਆਬਜੈਕਟ ਪਿਆ ਸੀ ਉਹਨੂੰ ਕਿਹੜੀ ਡਾਇਰੈਕਸ਼ਨ 'ਚ ਮੂਵ ਕੀਤਾ। ਹੋਰ ਉਹਨੇ ਕੀ ਦੱਸਣਾ ਆਪਣੇ ਕੋਲ ਕਿ ਕਿੰਨੀ ਡਿਸਟੈਂਸ ਆ ਦੋਨੋਂ ਪੁਆਇੰਟਸ ਦੇ ਵਿੱਚ, ਮਤਲਬ ਓਰੀਜਨ ਤੋਂ ਕਿੰਨੀ ਡਿਸਟੈਂਸ ਦੇ ਉੱਪਰ ਉਹ ਆਬਜੈਕਟ ਪਿਆ ਹੈ। ਤੁਹਾਨੂੰ ਇਸੇ ਕਰਕੇ ਕੀ ਆ, ਵੈਕਟਰਸ ਦੇ ਕੇਸ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਜਿਹੜਾ ਪੋਜੀਸ਼ਨ ਵੈਕਟਰ ਸੀਗਾ ਉਹਦੇ ਕੋਲ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਨੇ। ਅਤੇ ਪੋਜੀਸ਼ਨ ਵੈਕਟਰ ਓ ਏ ਆਪਣੇ ਕੋਲ ਕਿਵੇਂ ਸ਼ੋਅ ਕਰਦੇ ਹਾਂ, ਆਪਾਂ ਨੂੰ ਆਰ ਦੇ ਨਾਲ ਵੀ ਸ਼ੋਅ ਕਰ ਸਕਦੇ ਹਾਂ, ਜਾਂ ਆਪਾਂ ਨੂੰ ਇਕੱਲਾ ਆਰ ਨੂੰ ਥੋੜ੍ਹਾ ਗੂੜਾ ਕਰਕੇ ਲਿਖ ਦਿੰਦੇ ਹਾਂ। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਕੀ ਸੀ ਕਿ ਜਿਹੜਾ ਆਪਣੇ ਕੋਲ ਵੈਕਟਰ ਦਾ ਹੈਗਾ ਏ, ਤਾਂ ਓਰੀਜਨ ਤੋਂ ਆਪਾਂ ਸ਼ੁਰੂ ਕੀਤਾ ਸੀਗਾ, ਉਹਨੂੰ ਆਪਾਂ ਕੀ ਕਿਹਾ ਸੀ, ਟੇਲ। ਬਟ ਜਿਹੜਾ ਐਰੋ ਹੈਡ ਸੀ ਜਿੱਥੇ ਜਾ ਕੇ ਉਹ ਖਤਮ ਹੋ ਰਿਹਾ ਸੀ, ਉਹਨੂੰ ਆਪਾਂ ਕੀ ਕਹਿ ਸਕਦੇ ਹਾਂ, ਟਿਪ ਜਾਂ ਟਰਮੀਨਸ ਜਾਂ ਟਰਮੀਨਲ ਪੁਆਇੰਟ, ਕਿੱਥੇ ਜਾ ਕੇ ਉਹ ਖਤਮ ਹੋ ਰਿਹਾ। ਤਾਂ ਹੁਣ ਇਸੇ ਕਰਕੇ ਪੋਜੀਸ਼ਨ ਵੈਕਟਰ ਨੂੰ ਆਪਾਂ ਇਹਨਾਂ ਮੈਥਡਸ ਦੇ ਨਾਲ ਲਿਖ ਸਕਦੇ ਹਾਂ, ਓ ਏ ਵੈਕਟਰ, ਆਰ ਵੈਕਟਰ ਅਤੇ ਇਕੱਲਾ ਆਰ। ਨੈਕਸਟ ਹੈ ਆਪਣੇ ਕੋਲ ਡਿਸਪਲੇਸਮੈਂਟ ਵੈਕਟਰ। ਕਿ ਡਿਸਪਲੇਸਮੈਂਟ ਵੈਕਟਰਸ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਕੋਈ ਪੁਆਇੰਟ ਆਪਣੇ ਕੋਲ ਕੋਈ ਹੈਗਾ, ਏ ਪੁਆਇੰਟ ਦੇ ਉੱਪਰ ਆਬਜੈਕਟ ਨੇ ਚੱਲਣਾ ਸ਼ੁਰੂ ਕੀਤਾ ਤਾਂ ਉਹ ਕਿਸੇ ਪਹਿਲਾਂ ਏ ਤੋਂ ਸੀ ਤੱਕ ਗਿਆ, ਸੀ ਤੋਂ ਬੀ ਤੱਕ ਗਿਆ। ਬਟ ਐਕਚੁਅਲ ਆਪਣੇ ਕੋਲ ਕੀ ਹੋਇਆ, ਏ ਤੋਂ ਬੀ ਤੱਕ ਉਹ ਇਸ ਡਾਇਰੈਕਸ਼ਨ ਦੇ ਵਿੱਚ ਵੀ ਮੂਵ ਕਰ ਸਕਦਾ ਸੀ। ਡਿਸਪਲੇਸਮੈਂਟ ਕੀ ਹੁੰਦੀ ਹੈ ਕਿ ਉਹਨੇ ਘੱਟ ਤੋਂ ਘੱਟ ਕਿੰਨੀ ਡਿਸਟੈਂਸ ਕਵਰ ਕੀਤੀ ਹੈ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ। ਉਵੇਂ ਹੀ ਆਪਾਂ ਇੱਥੇ ਵੀ ਦੇਖ ਸਕਦੇ ਹਾਂ ਕਿ ਉਹ ਕਿਵੇਂ ਮੂਵ ਕਰ ਰਿਹਾ, ਏ ਐਲ ਐਲ ਐਮ ਐਮ ਟੂ ਬੀ, ਫਿਰ ਏ ਟੂ ਬੀ, ਕਿ ਕਿਹੜਾ ਪਾਥ ਫੋਲੋ ਕੀਤਾ ਹੋਇਆ ਉਹਨਾਂ ਨੇ। ਤਾਂ ਇਸੇ ਕਰਕੇ ਆਪਣੇ ਕੋਲ ਕੀ ਆ ਕਿ ਡਿਸਪਲੇਸਮੈਂਟ ਕਿਸੇ ਵੀ ਪਾਰਟੀਕਲ ਦੀ ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ ਕਿ ਉਹਦੀ ਪੋਜੀਸ਼ਨ ਦੇ ਵਿੱਚ ਕਿੰਨਾ ਚੇਂਜ ਆਇਆ ਹੋਇਆ, ਬਟ ਉਹ ਚੇਂਜ ਕਿਵੇਂ ਆਊਗਾ, ਇੱਕ ਪਰਟੀਕੁਲਰ ਡਾਇਰੈਕਸ਼ਨ 'ਚ, ਕਿ ਨਾਰਥ ਸਾਊਥ ਜਾ ਰਿਹਾ ਜਾਂ ਈਸਟ ਜਾਂ ਵੈਸਟ ਗਿਆ, ਅਪ ਬੋਟਮ ਲੈਫਟ ਰਾਈਟ ਕਿੱਧਰ ਨੂੰ ਮੂਵ ਕੀਤਾ, ਤਾਂ ਉਹਦੀ ਇੱਕ ਪਰਟੀਕੁਲਰ ਡਾਇਰੈਕਸ਼ਨ ਹੋਊਗੀ। ਤਾਂ ਉਹ ਕਿਸੇ ਵੀ ਇੱਕ ਵੈਕਟਰ ਦੇ ਦੁਆਰਾ ਦਿੱਤੀ ਜਾਊਗੀ। ਬਟ ਉਹ ਵੈਕਟਰ ਆਪਾਂ ਕਿਵੇਂ ਸ਼ੋਅ ਕਰਦੇ ਹਾਂ, ਇਨੀਸ਼ੀਅਲ ਪੋਜੀਸ਼ਨ ਤੋਂ ਫਾਈਨਲ ਪੋਜੀਸ਼ਨ ਤੱਕ ਆਪਾਂ ਉਹਨੂੰ ਡਰਾ ਕਰਨਾ। ਤਾਂ ਡਿਸਪਲੇਸਮੈਂਟ ਆਪਣੇ ਕੋਲ ਕੀ ਇਸੇ ਕਰਕੇ ਇੱਕ ਵੈਕਟਰ ਆ ਕਿਉਂਕਿ ਉਹਦੇ ਕੋਲ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਨੇ। ਹੁਣ ਇਹਦੇ ਕੋਲ ਯੂਨਿਟਸ ਵੀ ਕਿਹੜੀਆਂ ਹੋਣਗੀਆਂ, ਲੈਂਥ ਦੀਆਂ। ਸਿਰਫ ਇੱਕ ਸਕੇਲਰ ਅਤੇ ਵੈਕਟਰ ਦਾ ਫਰਕ ਪੈਂਦਾ ਹੈ। ਡਿਸਪਲੇਸਮੈਂਟ ਆਪਣੇ ਕੋਲ ਕੀ ਹੈ, ਵੈਕਟਰ। ਕਿਉਂ ਵੈਕਟਰ ਆ, ਕਿਉਂਕਿ ਉਹਦੇ ਕੋਲ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਨੇ। ਹੁਣ ਆਪਣੇ ਕੋਲ ਕੀ ਆ, ਜੇ ਆਪਾਂ ਲਿਖ ਰਹੇ ਹਾਂ ਕਿ ਇੱਥੋਂ ਆਬਜੈਕਟ ਨੇ ਚੱਲਣਾ ਸ਼ੁਰੂ ਕੀਤਾ ਏ ਤੋਂ ਬੀ ਤੱਕ,
मतलब इत्थों शुरू किया बी ते जाके खत्म होया, इत्थे अपने कोल किसी ओरिजिन सी जिवें आपां पिछले डायग्राम दे विच कीता सी, ओ तो ए तक गया सीगा। तो उवें ही आपां इत्थे की किया सीगा कि एक टेल सी ते एक एरो हैड, इत्थे जाके खत्म हो रहा सी तां ए बी। हुण जे आपां बी नूं पहलां लिखना चाहुंदे आ मतलब ओहदी डायरैक्शन चेंज हो गई, हुण ओह बी तो ए तक मूव कर रहा, तो आपां नूं किहदे नाल माइनस दा साइन लगाउणा पऊ कि बी ए किहदे इक्वल हो जाऊगा फिर माइनस ऑफ ए बी, कि उहदे तो उल्ट डायरैक्शन दे विच मूव कीता। नैक्सट है कि जे हुण कोई भी पार्टिकल आपां दिता होया सी जो उसे पोजीशन जिथों ने चलना शुरू किया सी उत्थे ही वापस पहुँच रहा है, तो उसकी डिसप्लेसमेंट कोई भी नहीं होगी, तो उसकी डिसप्लेसमेंट कितनी होगी, ए तो चलना शुरू किया ए तो ही वापस आ गया, तो ही आपां ए लिखिया होया, तो वह किहदे इक्वल हो जाऊगा 0 दे। जिहड़ी एक्चुअल लैंथ आ दो पॉइंट्स के विचकार इनिशियल ते फाइनल पोजीशन दे विच किसी भी पार्टिकल की वह कितनी होंदी उसकी डिस्टेंस, तो डिस्टेंस हमेशा ही की होगी स्केलर क्वांटिटी, तो वह किवें होगी मतलब आ डिस्टेंस आ ए एल प्लस एल एम प्लस एम वी। तुसीं हुण इहदी एग्जाम्पल ले सकदे हो कि तुसीं किसी काम जा रहे हो, तो तुहाडा जिथे दिल कीता जां कोई दोस्त रस्ते दे विच मिल रहा है, तुसीं उत्थे ही खड़ जांदे हो, तो तुसीं मतलब कि बिना मतलब तो डिस्टेंस कवर करी जा रहे हो। बट जे तुहानूं पता कि तुसीं इस डायरैक्शन दे विच ही मूव करना अपना काम खत्म करन दे लई, ते इहदे नाल तुहानूं घੱਟ डिस्टेंस कवर करनी पै रही है, तो वह तुहाडी की डिसप्लेसमेंट होगी। नैक्सट हुण अपने कोल इस रिजल्ट तो की कनकलूजनस आ रहे हैं कि जी डिसप्लेसमेंट आ उहदियां यूनिट्स किहड़ियां हुंदियां ने लैंथ दियां। डिसप्लेसमेंट किसी भी ऑबजैक्ट के दिते हुए टाइम इंटरवल के पॉजिटिव भी हो सकती है, 0 हो सकती है, नैगेटिव हो सकती है। थर्ड पॉइंट अपने को लिखा कि एक्चुअल डिस्टेंस किसी भी ऑबजैक्ट ने दिते हुए टाइम इंटरवल कवर की इज़ इधर इक्वल टू और ग्रेटर दैन, कि जिन्नी डिसप्लेसमेंट सी उहदी वैल्यू तो ज़्यादा भी हो सकती है तो इक्वल भी हो सकती है। कि जी अपने को ए बी की लैंथ आ रही है, तो वह ए बी कि हो जाऊगा लैस दैन लैंथ ऑफ पाथ ए बी, जां अपने को कि तो लैस होगा ए एल प्लस एल एम प्लस एम बी। फिर नैक्सट अपने को हैगी है कि जी डिसप्लेसमेंट आ किसी भी ऑबजैक्ट की दो पॉइंट्स के विचकार, उन्हें अपने एग्जैक्टली नहीं दसना कि ऑबजैक्ट किमें मूव किया उन्होंने दो पॉइंट्स के विचकार। तो डिसप्लेसमेंट किसी भी पार्टिकल्स की दो पॉइंट्स के विचकार एक यूनीक पाथ होगी, इकल्ला ही पाथ होगा विच कैन टेक द पार्टिकल, जिहड़ा उस पार्टिकल नूं इनिशियल तो फाइनल पोजीशन तक लैके जा सकदा। फिर नैक्सट है अपने को डेफिनेशनस। तो सब तो पहला है नैगेटिव वैक्टर, जे आपां नैगेटिव वैक्टर नूं किवें लिखना कि नैगेटिव ऑफ अ वैक्टर वो अपने को किवें आऊगा, किसी भी एक होर वैक्टर के इक्वल होगा जिहदी लैंथ तो सेम होगी, बट उन्होंने आपां ड्रॉ किवें करांगे उहदे तो ऑपोजिट डायरैक्शन दे विच, कि हुण जे ए वैक्टर आ लैफ्ट टू राइट जा रहा, बट आपां उन्ने ही लैंथ का एक होर वैक्टर ड्रॉ करिए, वो अपने को किवें आउंदा है राइट टू लैफ्ट, तो वह नैगेटिव होगा। तो इहनूं आपां किवें लिखदे हैं, ए किहदे इक्वल हो जाऊगा माइनस ऑफ ए दे। नैक्सट है अपने को इक्वल वैक्टर्स, तो दो वैक्टर्स नूं आपां कदों इक्वल कहने आ जे उन्हां दा मैगनीट्यूड ते डायरैक्शन सेम होवे, तो इस करके हुण अपने को फिर किहदे इक्वल हो जाऊगा ए इज इक्वल टू बी। नैक्सट है को इनिशियल वैक्टर्स, अपने को इनिशियल वैक्टर्स किहड़े होणगे जिन्हां दा इनिशियल पॉइंट सेम होगा जितों उन्होंने एक्ट करना शुरू किया, जिवें हुण इत्थे आ ओ तो अपने को दो वैक्टर्स अलग अलग डायरैक्शन दे विच एक्ट कर रहे, ओ तो पी तक फिर ओ तो क्यू तक, तो दो वैक्टर्स किहड़े हो गए ए ते बी, इक्को पॉइंट तो शुरू होए सी, तो ये किहड़े हो गए को इनिशियल वैक्टर्स। नैक्सट है कोलीनियर वैक्टर्स, दो वैक्टर्स जिन्हां दे विच मैगनीट्यूड उन्हां दा इक्वल भी हो सकता अनइक्वल हो सकता, सेम लाइन के अलॉन्ग वो एक्ट कर भी सकते हैं, पैरल के अलॉन्ग भी मूव कर सकते हैं, और अलॉन्ग द पैरल लाइनस इन ऑपोजिट डायरैक्शन, कि ऑपोजिट डायरैक्शन के विच भी वो पैरल हो सकते। फर्स्ट पॉइंट अपने को की सी इक्वल तो अनइक्वल मैगनीट्यूड सेम डायरैक्शन एक्ट कर सकते हैं, और अलॉन्ग द पैरल लाइनस इन द सेम डायरैक्शन दे विच पैरल लाइनस आ मैगनीट्यूड घट जां वध हो सकता, फिर पैरल लाइन दे विच एक्ट करनगे बट वो अलग अलग डायरैक्शन दे विच भी हो सकते हैं, तो वो सारे वैक्टर्स किहड़े होणगे कोलीनियर वैक्टर्स। नैक्सट है मल्टीप्लीकेशन ऑफ अ वैक्टर, कि किसी भी रियल नंबर के नाल जदों आपां मल्टीप्लाई करनी किसी वैक्टर नूं, जे किसी वैक्टर ए नूं आपां मल्टीप्लाई करते हैं किसी रियल नंबर एन के नाल, तां अपने कोल एक होर वैक्टर आऊगा, तो वह मैगनीट्यूड अपने को एन ए ऑफ मैगनीट्यूड, कि मैगनीट्यूड एन टाइम्स इनक्रीज हो जाऊगा। तो डायरैक्शन की आ जिहड़ा वैक्टर आपां नूं ए दिता होया सी उहदे तो सेम भी हो सकती है तो ऑपोजिट, इस करके एन ए किहदे इक्वल हो गया एन इंटू ए। जे पॉजिटिव रियल नंबर होगा तो एन की तो बाहर आके मोड दे विच भी लिख सकते हैं, तो जे नैगेटिव होगा नैगेटिव दे विच हमेशा ही आपां मोड की वरतों करनी है, मोड का साइन आपां इस तरह लिखते हैं, आ दो पैरल लाइनस ने मोड कहते हैं, तो ये किहदे लई हो गया जे नैगेटिव रियल नंबर दिता होया। नैक्सट हुण अपने को देखो मेन पॉइंट्स की ने, कि जे नैगेटिव है किसी भी वैक्टर का किहदा रिजल्ट आऊगा
ਜੇ ਆਪਾਂ ਕਿਸੇ ਵੈਕਟਰ ਨੂੰ ਮਲਟੀਪਲਾਈ ਕਰਦੇ ਹਾਂ ਕਿਸੇ ਵੀ ਨੈਗੇਟਿਵ ਰੀਅਲ ਨੰਬਰ ਦੇ ਨਾਲ ਤਾਂ -a ਕਿਹਦੇ ਇਕੁਅਲ ਹੋ ਜਾਊਗਾ -1 × a। ਫਿਰ ਨੈਕਸਟ ਆਪਣੇ ਕੋਲ ਹੈ ਕਿ ਜਿਹੜਾ ਵੈਕਟਰ NA ਦਿੱਤਾ ਹੋਇਆ ਸੀ ਤਾਂ ਉਹਦੀ ਯੂਨਿਟ ਆਪਣੇ ਕੋਲ ਕਿ ਸੇਮ ਹੋਊਗੀ ਜਿਹੜੀ A ਵੈਕਟਰ ਦੀ ਹੋਊਗੀ, ਤੇ ਜੇ ਆਪਣੇ ਕੋਲ n ਰੀਅਲ ਨੰਬਰ ਹੋਊਗਾ ਜਾਂ ਡਾਇਮੈਂਸ਼ਨਲੈਸ ਸਕੇਲਰ ਹੋਊਗਾ। ਹੁਣ ਨੈਕਸਟ ਹੈ ਕਿ ਜਿਹੜਾ ਵੈਕਟਰ NA ਦਿੱਤਾ ਹੋਊਗਾ ਉਹ ਟੋਟਲੀ ਡਿਫਰੈਂਟ ਹੋਊਗਾ ਕਿਹਦੇ ਨਾਲੋਂ ਜਿਹੜਾ ਵੈਕਟਰ ਆਪਾਂ ਨੂੰ ਇਨੀਸ਼ੀਅਲੀ ਗਿਵਨ ਸੀਗਾ A, ਕਦੋਂ? ਜੇ n ਆਪਣੇ ਕੋਲ ਡਾਇਮੈਂਸ਼ਨਲ ਸਕੇਲਰ ਹੋ। ਨੈਕਸਟ ਹੈ ਐਡੀਸ਼ਨ ਆਫ ਵੈਕਟਰਸ, ਕਿ ਆਪਾਂ ਦੋ ਵੈਕਟਰਸ ਨੂੰ ਕਿਵੇਂ ਐਡ ਕਰ ਸਕਦੇ ਹਾਂ। ਜੇ ਦੋ ਵੈਕਟਰ ਸੇਮ ਡਾਇਰੈਕਸ਼ਨ ਦੇ ਵਿੱਚ ਐਡ ਕਰਦੇ ਆ, ਮੂਵ ਕਰ ਰਹੇ ਆ, ਤਾਂ ਆਪਾਂ ਕੀ ਕਰਦੇ ਹਾਂ ਕਿ ਜੇ P ਤੇ Q ਮੈਗਨੀਟਿਊਡ ਦਿੱਤਾ ਹੋਇਆ ਆਪਣੇ ਕੋਲ ਦੋ ਵੈਕਟਰਸ ਦਾ, ਉਹ ਸੇਮ ਡਾਇਰੈਕਸ਼ਨ ਦੇ ਅਲੋਂਗ ਐਕਟ ਕਰ ਰਹੇ ਤਾਂ ਆਪਾਂ ਉਹਨਾਂ ਨੂੰ ਸਿੰਪਲੀ ਪਲੱਸ ਕਰਕੇ ਲਿਖ ਸਕਦੇ ਹਾਂ P + Q। ਬਟ ਜੇ ਦੋਨੋਂ ਵੈਕਟਰਸ ਆਪੋਜ਼ਿਟ ਡਾਇਰੈਕਸ਼ਨ ਵਿੱਚ ਐਕਟ ਕਰਨਗੇ ਤਾਂ ਆਪਣੇ ਕੋਲ ਕੀ ਬਣ ਜਾਊਗਾ, P ਤੇ Q ਆਪੋਜ਼ਿਟ ਡਾਇਰੈਕਸ਼ਨ 'ਚ ਐਕਟ ਕਰਦੇ ਸੀਗੇ ਤਾਂ ਪਲੱਸ ਤੇ ਇੱਕ ਮਾਈਨਸ ਦਾ, ਤਾਂ ਆਪਣੇ ਕੋਲ ਮੈਗਨੀਟਿਊਡ ਕਿੰਨਾ ਹੋ ਜਾਊਗਾ P + Q। ਜਿਹਦਾ ਮੈਗਨੀਟਿਊਡ ਜ਼ਿਆਦਾ ਹੋਊਗਾ ਜਿਹੜੀ ਡਾਇਰੈਕਸ਼ਨ ਦੇ ਵੱਲ ਉਹਨੇ ਉੱਧਰ ਹੀ ਐਕਟ ਕਰਨਾ। ਨੈਕਸਟ ਹੈ ਕਿ ਜੇ ਦੋ ਵੈਕਟਰਸ ਕਿਸੇ ਰਾਈਟ ਐਂਗਲਸ ਦੇ ਉੱਪਰ ਐਕਟ ਕਰ ਰਹੇ ਨੇ ਤਾਂ ਹੁਣ ਉਹਨਾਂ ਦੇ ਲਈ ਆਪਣੇ ਕੋਲ ਕੀ ਹੈ ਕਿ ਕਿਸੇ ਵੀ ਐਂਗਲ ਦੇ ਉੱਪਰ ਉਹਨਾਂ ਨੇ ਐਕਟ ਕਰਨਾ ਸ਼ੁਰੂ ਕੀਤਾ ਤਾਂ AB + AC, ਹੁਣ A ਤੋਂ B ਤੱਕ ਵੈਕਟਰ ਗਿਆ, ਇੱਥੇ ਜਾ ਕੇ ਵੈਕਟਰ ਖਤਮ ਹੋ ਰਿਹਾ ਤਾਂ ਸਾਈਨ ਪਾਇਆ, ਫਿਰ B to C ਵੱਲ ਐਕਟ ਕੀਤਾ, ਤਾਂ ਇਹਦਾ ਰਿਜ਼ਲਟੈਂਟ ਆਪਣੇ ਕੋਲ ਕਿੱਥੋਂ ਆਊਗਾ, ਉਸੇ ਪੁਆਇੰਟ ਤੋਂ ਸ਼ੁਰੂ ਹੋ ਰਿਹਾ ਬਟ ਉਹ ਰਿਜ਼ਲਟੈਂਟ ਆਪਣੇ ਕੋਲ ਕਿਵੇਂ ਹੋਊਗਾ, ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕੀਤਾ। ਨਹੀਂ ਤਾਂ ਸਾਈਕਲਿਕ ਆਰਡਰ ਕਿਵੇਂ ਹੋਊਗਾ, A to B, B to C, C to A, ਇੱਕ ਸਾਈਕਲ ਦੇ ਵਿੱਚ, ਮਤਲਬ ਜਿਵੇਂ ਕਲੌਕ ਘੁੰਮ ਰਿਹਾ ਉਵੇਂ ਇੱਕ ਸਾਈਕਲਿਕ ਆਰਡਰ ਦੇ ਵਿੱਚ ਜਾਣਾ। ਬਟ ਇੱਥੇ ਜਾ ਕੇ ਉਹਨਾਂ ਦਾ ਆਰਡਰ ਟੁੱਟ ਰਿਹਾ ਹੈ ਤਾਂ ਰਿਜ਼ਲਟੈਂਟ ਕਿਹਦੇ ਇਕੁਅਲ ਹੋ ਜਾਊਗਾ ਕਿ R = P + Q, ਅਤੇ ਇਹ ਕੀ ਹੋ ਜਾਊਗਾ ਉਹਨਾਂ ਦਾ ਰਿਜ਼ਲਟੈਂਟ। ਫਿਰ ਨੈਕਸਟ ਹੈ ਲਾਜ਼ ਆਫ ਵੈਕਟਰ ਐਡੀਸ਼ਨ, ਕਿ ਆਪਾਂ ਦੋ ਵੈਕਟਰਸ ਨੂੰ ਐਡ ਕਰਨਾ ਤਾਂ ਉਹਨਾਂ ਦੇ ਲਈ ਕਿਹੜੇ ਕਿਹੜੇ ਲਾਜ਼ ਨੇ। ਤਾਂ ਫਸਟ ਹੈ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ। ਤਾਂ ਹੁਣ ਇਹਨਾਂ ਦੇ ਅਕੋਰਡਿੰਗ ਕੀ ਸੀਗਾ ਆਪਣੇ ਕੋਲੇ, ਅਕੋਰਡਿੰਗ ਟੂ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਆਪਾਂ ਡਿਫਾਈਨ ਕਰਨਾ ਹੈ ਕਿ ਜੇ ਦੋ ਵੈਕਟਰਸ ਆਪਾਂ ਰਿਪਰਜੈਂਟ ਕੀਤੇ ਹੋਏ ਆ ਜਿਨ੍ਹਾਂ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਆ, ਬਟ ਆਪਾਂ ਰਿਪਰਜੈਂਟ ਕਿਵੇਂ ਕੀਤਾ ਹੋਇਆ, ਇੱਕ ਟ੍ਰਾਇੰਗਲ ਦੀਆਂ ਦੋ ਸਾਈਡਸ ਤੋਂ, ਅਤੇ ਉਹ ਦੋਨੋਂ ਸਾਈਡ ਆਪਣੇ ਕੋਲ ਕਿਵੇਂ ਸੇਮ ਆਰਡਰ ਦੇ ਵਿੱਚ ਜਾ ਰਿਹਾ A to B, B to C, ਤਾਂ ਉਹਦਾ ਰਿਜ਼ਲਟੈਂਟ ਕਿਵੇਂ ਆਊਗਾ, ਉਹਦੇ ਤੋਂ ਥਰਡ ਸਾਈਡ ਤੋਂ ਆਪਾਂ ਨੂੰ ਰਿਜ਼ਲਟੈਂਟ ਮਿਲੂਗਾ ਅਤੇ ਉਹ ਵੈਕਟਰ ਕਿਵੇਂ ਐਕਟ ਕਰੂਗਾ ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਤਾਂ ਉਹ ਕਿਵੇਂ ਐਕਟ ਕਰਦਾ A to C, ਤਾਂ ਇਹ ਕੀ ਹੋ ਜਾਊਗਾ ਉਹਦਾ ਰਿਜ਼ਲਟੈਂਟ। ਤਾਂ ਇਸੇ ਕਰਕੇ P + Q ਕਿਹਦੇ ਇਕੁਅਲ ਆ ਆਪਦੇ। ਨੈਕਸਟ ਹੈ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ, ਦੋ ਵੈਕਟਰਸ ਕੀ ਆ ਐਕਟ ਕਰ ਰਹੇ ਆ ਸਾਈਮਲਟੇਨੀਅਸਲੀ ਐਟ ਅ ਪੁਆਇੰਟ, ਕਿ ਇੱਕੋ ਪੁਆਇੰਟ ਤੋਂ ਦੋ ਵੈਕਟਰਸ ਨੇ ਐਕਟ ਕਰਨਾ ਸ਼ੁਰੂ ਕੀਤਾ, ਤਾਂ ਉਹ ਕਿਵੇਂ ਆਪਾਂ ਰਿਪਰਜੈਂਟ ਕੀਤੇ ਹੋਏ ਆ, ਮੈਗਨੀਟਿਊਡ ਤੇ ਡਾਇਰੈਕਸ਼ਨ ਬਾਏ ਦੀ ਐਡਜੈਸੈਂਟ ਸਾਈਡਸ P Q। ਪੈਰਲੈਲੋਗ੍ਰਾਮ ਦੀਆਂ ਦੋ ਸਾਈਡਸ ਤੋਂ ਆਪਾਂ ਉਹਨਾਂ ਨੂੰ ਸ਼ੋਅ ਕੀਤਾ ਹੋਇਆ, ਤਾਂ ਰਿਜ਼ਲਟੈਂਟ ਆਪਾਂ ਕਿਵੇਂ ਸ਼ੋਅ ਕਰਨਾ ਉਹਦੇ ਡਾਇਗਨਲ ਤੋਂ ਆ। ਤਾਂ ਹੁਣ ਇਹਦਾ ਡਾਇਗਨਲ ਕਿਹੜਾ ਹੋ ਗਿਆ A to C ਤੱਕ ਦਾ, ਤਾਂ ਹੁਣ ਉਹ ਆਪਣੇ ਕੋਲ ਫਿਰ ਕਿੰਨਾ ਹੋ ਜਾਊਗਾ R = P + Q। ਹੁਣ ਕੀ ਦੀ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਫੋਲੋਜ਼ ਫਰੋਮ ਦੀ ਪੈਰਲੈਲੋਗ੍ਰਾਮ ਲਾਅ ਆਫ ਐਡੀਸ਼ਨ ਆਫ ਵੈਕਟਰ, ਕਿ ਇਹਦੇ ਤੋਂ ਹੀ ਆਪਾਂ ਟ੍ਰਾਇੰਗਲ ਲਾਅ ਵੀ ਡਰਾਈਵ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਕੀ ਆਪਣੇ ਕੋਲ AB + AD, ਕਿਉਂਕਿ ਪੈਰਲੈਲੋਗ੍ਰਾਮ ਲਾਅ ਨੇ ਕੀ ਕਿਹਾ ਸੀਗਾ, ਐਡਜੈਸੈਂਟ ਸਾਈਡਸ ਆਫ ਅ ਪੈਰਲੈਲੋਗ੍ਰਾਮ, ਤਾਂ ਇਹੀ ਦੋ ਸਾਈਡਸ ਨੇ, ਮਤਲਬ A ਪੁਆਇੰਟ ਤੋਂ ਆ ਦੋ ਵੈਕਟਰਸ ਸ਼ੁਰੂ ਹੋ ਰਹੇ ਸੀ ਤਾਂ ਆਪਾਂ ਇਹਨਾਂ ਨੂੰ ਹੀ ਲਿਖਣਾ AB + AD, ਉਹ ਕਿਹਦੇ ਇਕੁਅਲ ਆ ਡਾਇਗਨਲ ਦੇ AC ਦੇ। ਬਟ ਪੈਰਲੈਲੋਗ੍ਰਾਮ ਆ ਤਾਂ ਆ ਦੋਨੋਂ ਸਾਈਡ ਇੱਕ ਦੂਜੇ ਦੇ ਇਕੁਅਲ ਨੇ, AD ਕਿਹਦੇ ਪੈਰਲਲ ਆ BC ਦੇ, ਤਾਂ BC ਆਪਾਂ ਲਿਖਾਂਗੇ ਹਨ। ਤਾਂ ਇਕੁਏਸ਼ਨ ਕੀ ਬਣੂਗੀ AB + BC, ਉਹ ਕਿਹਦੇ ਇਕੁਅਲ ਹੋ ਗਿਆ AC। ਵੈਕਟਰ ਐਡੀਸ਼ਨ ਇਜ਼ ਕਮਿਊਟੇਟਿਵ, ਤਾਂ ਵੈਕਟਰ ਐਡੀਸ਼ਨ ਆਪਣੇ ਕੋਲ ਕੀ ਆ, ਜਿਹੜੇ ਆਪਾਂ ਪੈਰਲੈਲੋਗ੍ਰਾਮ ਦੀ ਕੀਤੀ ਉਹ ਇੰਡੀਪੈਂਡੈਂਟ ਹੋਊਗਾ ਕਿ ਕਿਹੜੇ ਆਰਡਰ ਦੇ ਵਿੱਚ ਆਪਾਂ ਵੈਕਟਰਸ ਨੂੰ ਐਡ ਕੀਤਾ ਹੋਇਆ, ਮਤਲਬ AB + BC = AC, ਜਿਹੜੀ ਆਪਾਂ ਹੁਣੇ ਇਕੁਏਸ਼ਨ ਪ੍ਰੂਵ ਕੀਤੀ ਸੀ। ਤਾਂ ਇੱਥੇ ਕੀ ਬਣ ਗਿਆ ਸੀਗਾ P + Q ਕਿਹਦੇ ਇਕੁਅਲ ਸੀਗਾ R ਦੇ, ਬਟ ਆਪਣੇ ਕੋਲ ਹੋਰ ਕੀ ਇਕੁਏਸ਼ਨ ਬਣੀ ਸੀਗੀ AD + AB ਕਿਹਦੇ ਇਕੁਅਲ ਸੀ AC ਦੇ, ਤਾਂ Q + P ਕਿਹਦੇ ਇਕੁਅਲ ਆ R। ਰਾਈਟ ਹੈਂਡ ਸਾਈਡ ਇਕੁਅਲ ਆ ਤਾਂ ਲੈਫਟ ਹੈਂਡ ਸਾਈਡ ਵੀ ਇਕੁਅਲ ਹੋ ਜੂਗੀ, P + Q ਕਿਹਦੇ ਇਕੁਅਲ ਹੋ ਗਿਆ Q + P। ਫਿਰ ਐਸੋਸੀਏਟਿਵ ਹੈ ਪ੍ਰੋਪਰਟੀ, A + B + C ਕਿਹਦੇ ਇਕੁਅਲ ਹੋ ਗਿਆ A + B + C। ਨੈਕਸਟ ਹੈ ਆਪਣੇ ਕੋਲ ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ। ਤਾਂ ਹੁਣ ਇਹਦੇ ਅਕੋਰਡਿੰਗ ਆਪਣੇ ਕੋਲ ਕੀ ਆ ਕਿ ਜੇ ਆਪਣੇ ਕੋਲ ਦੋ ਤੋਂ ਜ਼ਿਆਦਾ ਵੈਕਟਰਸ ਨੇ ਜਿਨ੍ਹਾਂ ਨੂੰ ਆਪਾਂ ਰਿਪਰਜੈਂਟ ਕੀਤਾ ਹੋਇਆ, ਜਿਨ੍ਹਾਂ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਆ, ਬਟ ਆਪਾਂ ਨੂੰ ਰਿਪਰਜੈਂਟ ਕਿਵੇਂ ਕਰ ਰਹੇ ਕਿ ਕੋਈ ਵੀ ਪੋਲੀਗਨ ਦਿੱਤਾ ਹੋਇਆ ਅਤੇ ਉਹ ਸਾਰੇ ਵੈਕਟਰਸ ਆਪਾਂ ਇੱਕ ਸੇਮ ਆਰਡਰ ਦੇ ਵਿੱਚ ਲੈ ਰਹੇ ਹਾਂ, ਤਾਂ ਉਹਦਾ ਰਿਜ਼ਲਟੈਂਟ ਆਪਾਂ ਨੂੰ ਕਿਹੜਾ ਮਿਲੂਗਾ, ਉਹਦੀ ਉਸ ਪੋਲੀਗਨ ਦੀ ਕਲੋਜ਼ਿੰਗ ਸਾਈਡ ਜਿਹੜੀ ਖਤਮ ਕਰਦੀ ਹੈ ਉਸ ਸਾਈਡ ਨੂੰ ਬੰਦ ਕਰ ਰਹੀ ਆ,
तो वैक्टर किमें एक्ट करूगा ऑपोजिट ऑर्डर दे विच, तो वो अपने को की होगा ਉਹਦਾ रिजल्टेंट। तो हम ये देखो अपने को पॉलीगन दिता होया है, तो ओ के का मैगनीट्यूड कितना ए, के एल का मैगनीट्यूड कितना बी, एल एम का मैगनीट्यूड सी आ, एम एन का मैगनीट्यूड डी, तो ओ एन अपने को कि क्लोजिंग साइड आ, मतलब ये अपने को की होगा ਉਹਦਾ रिजल्टेंट। तो इस करके पहला आप ट्राइंगल ओ के एल लवांगे। तो इस ट्राइंगल के देखो अपने को ओ के एक वैक्टर ओ तो के गया, फिर के टू एल, तो ओ के प्लस के एल कि इक्वल आ ओ एल, मतलब यदा रिजल्टेंट है इस ट्राइंगल का। हम ए प्लस बी ये इक्वल आ गया। हम नैक्सट ट्राइंगल कि लवेंगे आप ओ एल एम, तो हम ये फिर आ वैक्टर अपने को सेम ऑर्डर के जा रहे, तो यदि थर्ड साइड कि होगी ओ एम, तो वो कि इक्वल हो जाएगा फिर ओ एल प्लस एल एम कि इक्वल आ ओ एम दे, बट ओ एल कि इक्वल सीगा ओ के प्लस के एल, तो वैल्यू पुट की कि इक्वल हो गया ओ एम दे। फिर हम अपने को ट्राइंगल ऑफ वैक्टर एडिशन आप लगाना ओ एम एन दे विच, तो इतों की बन जाऊगा ओ एम प्लस एम एन कि इक्वल हो गया ओ एन दे, बट अपने को ओ एम की वैल्यू कि इक्वल सी ओ के प्लस के एल प्लस एल एम। फिर सारिया दी वैल्यूज पुट कर दो जोड़े आप मैगनीट्यूड लए सी, तो वो कि इक्वल हो जाऊगा ए प्लस बी प्लस सी प्लस डी कि इक्वल हो गया आर, जोड़ा आर अपने को रिजल्टेंट सी। फिर नैक्सट है अपने को ट्राइंगल ऑफ वैक्टर एडिशन। ट्राइंगल ऑफ वैक्टर एडिशन की आप स्टेटमेंट पहला करके आती सी, हम आप प्रूव करना कि जे अपने कोई दो वैक्टर्स दिते हुए आ जिन्होंने आप मैगनीट्यूड तो डायरैक्शन के अलॉन्ग रिप्रजेंट कर सकते हैं, बट वो आप किमें रिप्रजेंट किए हुए आ ट्राइंगल दी दो साइड्स तो ट्राइंगल दी दो साइड्स क्या सेम ऑर्डर के आ रहे हैं, तो रिजल्टेंट आप किमें रिप्रजेंट करांगे कंप्लीटली वो थर्ड साइड तो जी उस ट्राइंगल की थर्ड साइड आ रही है। तो हम ट्राइंगल बन रही है अपने को इतने ए बी सी, ए टू बी एक वैक्टर पी मैगनीट्यूड, बी टू सी क्यू मैगनीट्यूड, ए सी की है अपने को रिजल्टेंट आर। हम ये लिए करा पहले कंस्ट्रक्शन करनी है सी तो परपेंडिकुलर ड्रॉ करो जोड़ा ए बी लाइन में ई पॉइंट के उपर मीट कर रहा है, जो आपको बैकवर्ड डायरैक्शन एक्सटेंड करते हैं, तो ये 90 डिग्री का एंगल है, इतने अपने को थीटा, तो इतने एंगल कि बन रहा है बीटा। तो हम पहला ए ई सी ट्राइंगल के देखो राइट एंगल ट्राइंगल बन रही है, तो हाइपोटेन्यूज स्क्वायर ए सी स्क्वायर कि इक्वल हो जाएगा ए ई स्क्वायर प्लस ई सी स्क्वायर, मतलब आप इतने पाइथागोरस थ्योरम लगा देनी है, बट ए ई कि इक्वल आ रहा है ए बी प्लस बी ई। फिर ए प्लस बी होल स्क्वायर कि इक्वल होंगे ए स्क्वायर प्लस बी स्क्वायर प्लस 2ab। फिर हम अपने को आ राइट एंगल ट्राइंगल जी छोटी बन रही है, तो इतने फिर पाइथागोरस लगाओ बी ई स्क्वायर प्लस सी ई स्क्वायर कि इक्वल हो जाएगा बी सी स्क्वायर दे, तो ये वैल्यूज पुट कर दो, तो इक्वेशन की बन गई ए सी स्क्वायर कि इक्वल हो गया ए बी स्क्वायर प्लस बी सी स्क्वायर प्लस 2ab डॉट बी ई। हाँ राइट एंगल ट्राइंगल आप देखनी आ बी ई सी, तो हम ये तो आपू बी ई की वैल्यू चाहिए क्योंकि वो आपू पता नहीं हैगी कि कितनी है, तो बी ई जी वैल्यू आप फाइंड करनी है, तो इस ट्राइंगल कि वैल्यू नोन है आपू बी सी आप जी क्यू की वैल्यू, तो ये इक्वल हो गया कॉस थीटा, तो बी ई कि इक्वल हो जाएगा बी सी इंटू कॉस थीटा का वैल्यू पुट कर दो, ए सी स्क्वायर कि इक्वल हो गया ए बी स्क्वायर प्लस बी सी स्क्वायर प्लस 2ab डॉट बी सी कॉस थीटा। बट अपने को हम ए बी की वैल्यू कि इक्वल सी पी, ए सी कि इक्वल आ आर, बी सी कि इक्वल आ क्यू, तो ये वैल्यूज पुट करो, तो अपनी इक्वेशन की बन गई आर स्क्वायर इज इक्वल टू पी स्क्वायर प्लस क्यू स्क्वायर प्लस 2pq कॉस थीटा। तो इधर स्क्वायर सी आपको स्क्वायर नहीं चाहिए, तो स्क्वायर रूट ले लो, स्क्वायर रूट लैके इक्वेशन की बन गई आर इज इक्वल टू रूट ऑफ पी स्क्वायर प्लस क्यू स्क्वायर प्लस 2pq कॉस थीटा। इतने अपने को किसी रिजल्टेंट का आप मैगनीट्यूड फाइंड किया, बट जे आप डायरैक्शन फाइंड करनी है तो आप इतने बीटा एंगल लिया सीगा, तो ये लिए टैन बीटा आपू फाइंड करना पो, टैन बीटा कि इक्वल हो जाएगा सी ई अपॉन ए ई, सी ई अपॉन ए ई परपेंडिकुलर अपॉन बेस। तो फिर आप वैल्यूज पुट कर दो इतने सी ई ए ई आप लिख सकते हैं ए बी प्लस बी ई, ए बी कि इक्वल सी पी बट बी ई, फिर आप वैल्यू फाइंड करा तो वो अपने को कि इक्वल वैल्यू बन जूगी बी ई की जी आप इस छोटी ट्राइंगल बी ई सी तो उतों वैल्यू फाइंड करके कितना बन गया क्यू कॉस थीटा। फिर राइट एंगल ट्राइंगल बी ई सी के आप वैल्यू फाइंड की है, तो ये तुसीं नाल सॉल्व करनी है, तो वो कितनी होगी फिर इतों क्यू साइन थीटा, तो टैन बीटा कि इक्वल हो गया क्यू साइन थीटा अपॉन पी प्लस क्यू कॉस थीटा। हम इस तरह नैक्सट अपने को पैरेललोग्राम लॉ ऑफ वैक्टर एडिशन, तो ये पहला जिन्ना मैं हम समझाया है वो पहला सारा आर्टिकल तुसीं ड्राइव करके दिखाओगे कि आर की वैल्यू किमें आई है,
ਤੇ tan ਬੀਟਾ ਵੀ ਕਿਵੇਂ ਆਪਾਂ ਪ੍ਰੂਵ ਕੀਤਾ। ਤਾਂ ਉਸ ਤੋਂ ਬਾਅਦ ਤੁਸੀਂ ਵੈਲਿਊਜ਼ ਪੁੱਟ ਕਰਨੀਆਂ ਥੀਟਾ ਦੀਆਂ ਕਿ ਜਦੋਂ ਥੀਟਾ 0 ਆ ਤਾਂ ਹੁਣ ਇਹਦੇ 'ਚ ਜੇ ਆਪਾਂ 0 ਪੁੱਟ ਕਰ ਦਿੰਦੇ ਹਾਂ ਤਾਂ ਕਿੰਨੀ ਹੋ ਜੂਗੀ cos 0। cos 0 ਕਿਹਦੇ ਇਕੁਅਲ ਹੁੰਦਾ ਹੈ 1, ਤਾਂ r ਕਿਹਦੇ ਇਕੁਅਲ ਹੋ ਜੂਗਾ a² + b²। ਤਾਂ ਇੱਥੇ ਬਣ ਗਿਆ ਆਪਣੇ ਕੋਲੇ p + q ਹੋਲ ਸਕੁਅਰ ਦਾ ਰੂਟ, ਸਕੁਅਰ ਨਾਲ ਸਕੁਅਰ ਰੂਟ ਕੱਟ ਹੋ ਗਿਆ ਤਾਂ r = p + q। ਹੁਣ ਇਹਦੀ ਸਟੇਟਮੈਂਟ ਤੇ ਆਪਾਂ ਡਾਇਗਰਾਮ ਪਿੱਛੇ ਪੜ੍ਹੀ ਸੀ, ਸਮਝੇ ਸੀ, ਆਪਾਂ ਉਹੀ ਸੇਮ ਲੈ ਕੇ ਚੱਲਾਂਗੇ। ਫਿਰ tan ਬੀਟਾ ਦੇ ਵਿੱਚ ਪੁੱਟ ਕਰੋ ਪਹਿਲਾਂ q sin θ q sin 0 upon p + q cos θ p + q cos 0 sin 0 0 cos 0 1 0 upon ਸਮਥਿੰਗ ਇਹਦੇ ਇਕੁਅਲ ਹੋ ਗਿਆ 0 ਤਾਂ ਬੀਟਾ ਕਿਹਦੇ ਇਕੁਅਲ ਆ 0। ਨੈਕਸਟ ਹੈ ਜਦੋਂ ਥੀਟਾ 90 ਆ ਫਿਰ cos 90 ਦੀ ਵੈਲਿਊਜ਼ ਪੁੱਟ ਕੀਤੀ ਤਾਂ 0 ਤਾਂ r ਕਿਹਦੇ ਇਕੁਅਲ ਹੋ ਗਿਆ √p² + q²। ਤੇ tan ਬੀਟਾ ਉਹ ਕਿਹਦੇ ਇਕੁਅਲ ਹੋ ਜਾਊਗਾ q sin 90 upon p + q cos 90 sin 90 1 1 upon 1 ਨੂੰ q ਨਾਲ ਮਲਟੀਪਲਾਈ ਕੀਤਾ ਤਾਂ q upon p। ਜੋ ਥੀਟਾ 180 ਦਿੱਤਾ ਹੋਇਆ ਫਿਰ ਵੈਲਿਊਜ਼ ਪੁੱਟ ਕੀਤੀਆਂ cos 180 ਕਿਹਦੇ ਇਕੁਅਲ -1 ਤਾਂ ਇੱਥੇ ਕਿਹੜਾ ਫਾਰਮੂਲਾ ਲੱਗ ਗਿਆ p - q ਹੋਲ ਸਕੁਅਰ ਦਾ ਰੂਟ, ਸਕੁਅਰ ਨਾਲ ਸਕੁਅਰ ਰੂਟ ਕੱਟ ਤਾਂ r ਕਿਹਦੇ ਇਕੁਅਲ p - q ਜਾਂ q - p ਵੀ ਲਿਖ ਸਕਦੇ ਹਾਂ, ਕਿਹਦੇ ਮੈਗਨੀਟਿਊਡ ਤੇ ਡਿਪੈਂਡ ਕਰਦਾ। ਫਿਰ tan ਬੀਟਾ ਕਿਹਦੇ ਇਕੁਅਲ ਹੋ ਜਾਊਗਾ q sin 180 upon p + q cos 180 sin 180 ਫਿਰ 0 0 upon ਸਮਥਿੰਗ 0। ਨੈਕਸਟ ਹੈ ਸਬਟਰੈਕਸ਼ਨ ਆਫ ਟੂ ਵੈਕਟਰਸ ਕਿ ਦੋ ਵੈਕਟਰਸ ਨੂੰ ਆਪਾਂ ਕਿਵੇਂ ਸਬਟਰੈਕਟ ਕਰ ਸਕਦੇ ਹਾਂ। ਕਿ ਜੇ ਕੋਈ ਵੀ ਵੈਕਟਰ ਆਪਾਂ ਨੂੰ q ਦਿੱਤਾ ਹੋਇਆ ਜਿਹਨੂੰ ਆਪਾਂ p ਦੇ ਵਿੱਚੋਂ ਮਾਈਨਸ ਕਰਨਾ, ਸਬਟਰੈਕਟ ਕਰਨਾ, ਤਾਂ ਉਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ ਐਡੀਸ਼ਨ ਆਫ ਵੈਕਟਰ -q ਕਿ ਆਪਾਂ -q ਨੂੰ p ਦੇ ਵਿੱਚ ਐਡ ਕਰ ਸਕਦੇ ਹਾਂ ਤਾਂ ਉਹ ਫਿਰ ਕੀ ਹੋ ਜਾਊਗੀ ਉਹਦੀ ਸਬਟਰੈਕਸ਼ਨ। ਹੁਣ ਇੱਥੇ ਆਪਣੇ ਕੋਲੇ ਕੀ ਆ a to b b to c a to b ਆਪਣੇ ਕੋਲੇ ਕਿਹੜਾ ਵੈਕਟਰ ਆ p ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਆਪਾਂ ਨੂੰ ਸ਼ੋਅ ਕੀਤਾ ਹੋਇਆ ਤਾਂ -q ਉਹਦਾ ਮੈਗਨੀਟਿਊਡ ਆ ਤਾਂ ਥਰਡ ਸਾਈਡ ਕਿਹੜੀ ਆ ਰਹੀ ਦੀ a ਸੀ ਤਾਂ ਉਹ ਆਪਾਂ ਸਬਟਰੈਕਸ਼ਨ ਦੇ ਨਾਲ ਸ਼ੋਅ ਕੀਤੀ ਉਹਦਾ ਰਿਜ਼ਲਟੈਂਟ ਆ ਤਾਂ ਉਹ ਕਿੰਨਾ ਹੋ ਜਾਊਗਾ p+ ਮਤਲਬ ਆਪਾਂ p + q ਲਿਖ ਕੇ ਚੱਲੇ ਸੀਗੇ ਪਿੱਛੇ ਜਦੋਂ ਆਪਾਂ ਦੋ ਵੈਕਟਰਸ ਨੂੰ ਐਡ ਕੀਤਾ ਸੀ। ਹੁਣ ਇੱਥੇ ਆਪਣੇ ਕੋਲ ਕੀ ਆ ਇੱਕ ਦਾ ਮੈਗਨੀਟਿਊਡ -q ਦਿੱਤਾ ਹੈ ਤਾਂ ਕਿੰਨਾ ਹੋ ਜਾਊਗਾ -q। ਫਿਰ ਹੈ 0 ਵੈਕਟਰ ਕਿ ਜਿਹੜੇ ਵੈਕਟਰ ਦਾ ਆਪਣੇ ਕੋਲ 0 ਮੈਗਨੀਟਿਊਡ ਹੋਊਗਾ ਉਹ ਆਪਣੇ ਕੋਲ ਕੀ ਹੋ ਜਾਊਗਾ ਨਲ ਵੈਕਟਰ ਜਾਂ 0 ਵੈਕਟਰ। ਤੇ ਇਹਨੂੰ ਆਪਾਂ ਕਿਵੇਂ ਸ਼ੋਅ ਕਰਦੇ ਹਾਂ 0 ਦੇ ਉੱਪਰ ਐਰੋ ਲਗਾ ਕੇ। ਹੁਣ ਜੇ ਆਪਾਂ ਕਿਸੇ ਵੀ ਵੈਕਟਰ ਨੂੰ 0 ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਰਿਜ਼ਲਟ ਵੀ ਆਪਣੇ ਕੋਲ ਕੀ ਹੋਊਗਾ 0। ਜੇ ਆਪਾਂ ਕਿਸੇ ਵੀ ਵੈਕਟਰ ਦੇ ਨੈਗੇਟਿਵ ਨੂੰ ਐਡ ਕਰੀਏ ਕਿਸੇ ਵੈਕਟਰ ਦੇ ਵਿੱਚ ਤਾਂ ਵੀ ਰਿਜ਼ਲਟ ਕੀ ਆ ਜਾਊਗਾ 0। ਮਤਲਬ a+ ਉਸੇ ਹੀ ਵੈਕਟਰ ਦਾ ਨੈਗੇਟਿਵ ਐਡ ਕੀਤਾ ਤਾਂ ਕੀ ਆ ਗਿਆ 0। ਪ੍ਰੋਪਰਟੀਜ਼ ਆਪਣੇ ਕੋਲ ਕੀ ਹੈ ਕਿ ਜੇ ਆਪਾਂ 0 ਵੈਕਟਰ ਦੀ ਐਡੀਸ਼ਨ ਜਾਂ ਸਬਟਰੈਕਸ਼ਨ ਕਰਦੇ ਹਾਂ ਕਿਸੇ ਵੀ ਵੈਕਟਰ ਦੇ ਵਿੱਚ ਤਾਂ ਆਪਣੇ ਕੋਲ ਉਹੀ ਵੈਕਟਰ ਸੇਮ ਆਊਗਾ। ਤੇ ਜੇ ਕਿਸੇ ਮਲਟੀਪਲਾਈ ਕਰਦੇ ਹਾਂ ਕਿਸੇ ਵੀ ਨੋਨ ਜ਼ੀਰੋ ਰੀਅਲ ਨੰਬਰ ਦੇ ਨਾਲ 0 ਵੈਕਟਰ ਨੂੰ ਤਾਂ ਵੀ ਆਪਣੇ ਕੋਲ ਕੀ ਆਊਗਾ 0 ਵੈਕਟਰ। ਤੇ ਜੇ n1 ਤੇ n2 ਦੋ ਅਲੱਗ-ਅਲੱਗ ਨੋਨ ਜ਼ੀਰੋ ਰੀਅਲ ਨੰਬਰਸ ਦਿੱਤੇ ਹੋਏ ਤਾਂ ਆਪਣੇ ਕੋਲ ਕਿਹੜਾ ਰਿਲੇਸ਼ਨ ਫੋਲੋ ਹੋਊਗਾ n1a = n2b ਤੇ a ਤੇ b ਆਪਣੇ ਕੋਲ ਕੀ ਹੋਣਗੇ 0 ਵੈਕਟਰ। ਥੈਂਕ ਯੂ।